ਹੈਲੋ ਦੋਸਤੋ, ਸਿਟੀ ਸ਼ਾਈਨ ਕਲਾਸਿਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਂਜੀ, ਅੱਜ ਦਾ ਆਪਾਂ ਜਿਹੜਾ ਸਾਈਕੋਲੋਜੀ ਦਾ ਲੈਕਚਰ ਸ਼ੁਰੂ ਕਰਨ ਜਾ ਰਹੇ ਹਾਂ, ਵਿਕਾਸ ਦੇ ਪੜਾਅ ਤੇ ਪਹਿਲੂ। ਹਾਂਜੀ, ਜਿਹੜੇ ਆਪਣੇ ਵਿਕਾਸ ਦੇ ਪੜਾਅ ਤੇ ਪਹਿਲੂ ਆਪਣੇ 4 ਦਿੱਤੇ ਗਏ ਨੇ। ਜੀਨ ਪਿਆਜੇ ਨੇ ਵੀ ਇਹਨਾਂ ਨੂੰ ਆਪਣੇ ਸ਼ਬਦਾਂ ਵਿੱਚ ਕਿਹਾ ਹੋਇਆ, ਔਰ ਬਾਕੀ ਵੀ ਹੋਰ ਰਾਈਟਰ ਜਿੰਨੇ ਵੀ ਹੈਗੇ ਨੇ ਵੱਖ-ਵੱਖ ਥਿਊਰੀਆਂ ਦੇ ਵਿੱਚ ਇਹਨਾਂ ਨੂੰ ਜਿਹੜਾ 4 ਪੜਾਵਾਂ ਨੂੰ ਆਪਣੀ ਆਪਣੀ ਭਾਸ਼ਾ ਦੇ ਵਿੱਚ ਦੱਸਿਆ ਗਿਆ। ਇਸ ਕਰਕੇ ਬਹੁਤ ਹੀ ਜ਼ਿਆਦਾ ਜ਼ਰੂਰੀ ਜਿਹੜਾ ਟੌਪਿਕ ਆ ਉਹ ਬਣ ਜਾਂਦਾ। ਹਾਂਜੀ, ਅੱਜ ਆਪਾਂ 21st ਸੈਂਚੁਰੀ ਦੀ ਬੁੱਕ ਤੋਂ ਸੈਕੰਡ ਚੈਪਟਰ ਜਿਹੜਾ ਕਿ ਵਿਕਾਸ ਦੇ ਪੜਾਅ ਤੇ ਪਹਿਲੂ ਆਪਾਂ ਪੜ੍ਹਨ ਜਾ ਰਹੇ ਹਾਂ। ਹਾਂਜੀ, ਇਹਦੇ ਵਿੱਚ ਇੱਕ ਤਾਂ ਜਦੋਂ ਵੀ ਤੁਸੀਂ ਨੋਟਸ ਬਣਾਉਣੇ ਆ, ਉਹਨਾਂ ਨੂੰ ਇੱਕ ਕਾਪੀ ਦੇ ਵਿੱਚ ਤੁਸੀਂ ਉਹਦੇ ਇੱਕ ਪੁਆਇੰਟ ਇੱਕ ਸ਼ਬਦ ਜਾਂ ਇੱਕ ਪੁਆਇੰਟ ਜਿਹੜੇ ਉਹਨਾਂ ਨੂੰ ਜਿਹੜੇ ਮੇਨ ਪੁਆਇੰਟ ਬਣਦੇ ਆ ਉਹਨਾਂ ਨੂੰ ਨੋਟ ਕਰਨਾ, ਜਾਂ ਆਪਣੀ ਬੁੱਕ 'ਤੇ ਹੀ ਉਹਨਾਂ ਨੂੰ ਕੀ ਕਰ ਲੈਣਾ, ਹਾਈਲਾਈਟ ਕਰ ਲੈਣਾ, ਤਾਂ ਜੋ ਜਦੋਂ ਵੀ ਤੁਸੀਂ ਕੁਐਸਚਨ ਨੂੰ ਕਿਸੇ ਨੂੰ ਵੀ ਲਿਖਦੇ ਹੋ ਉਹ ਤੁਹਾਡੇ ਜਿਹੜੇ ਹਾਈਲਾਈਟ ਕੀਤੇ ਹੋਏ ਪੁਆਇੰਟ ਉਹ ਤੁਹਾਨੂੰ ਯਾਦ ਆ ਜਾਣ ਅਤੇ ਤੁਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਅੱਗੇ ਤੋਂ ਅੱਗੇ ਐਕਸਪਲੇਨ ਕਰ ਲਓ। ਅੱਜ ਦੇ ਜਿਹੜੇ ਆਪਣੇ ਕੁਐਸਚਨ ਆਪਾਂ ਇਹਨਾਂ ਦੇ ਸ਼ਾਰਟ ਨੋਟਸ ਜਿਹੜੇ ਕਿ ਬਣਾਏ ਹੋਏ ਆ, ਜਾਂ ਆਪਾਂ ਬੁੱਕ ਤੋਂ ਜਿਹੜੇ ਵੀ ਸ਼ਾਰਟ ਕਰਕੇ ਕਰਾਂਗੇ ਉਹ ਆਪਾਂ ਕਰਾਂਗੇ ਅੱਗੇ। ਚਲੋ ਜੀ ਸ਼ੁਰੂ ਕਰਦੇ ਹਾਂ। ਹਾਂਜੀ, ਜਿਹੜੇ ਵਾਧੇ ਤੇ ਵਿਕਾਸ ਨੂੰ ਜਿਹੜਾ ਕਿ 4 ਪੜਾਵਾਂ ਦੇ ਵਿੱਚ ਵੰਡਿਆ ਗਿਆ। ਪਹਿਲਾ ਜਿਹੜਾ ਪੜਾਅ ਹੈਗਾ ਸ਼ਿਸ਼ੂ ਅਵਸਥਾ। ਹਾਂਜੀ, ਜਿਹੜੀ ਆਪਣੀ ਕਿਹੜੀ ਹੈਗੀ ਹੈ ਜੀ, ਸ਼ਿਸ਼ੂ ਅਵਸਥਾ। ਸ਼ਿਸ਼ੂ ਅਵਸਥਾ ਜਿਹੜੀ ਆਪਣਾ ਕਾਲ ਹੈਗਾ ਉਹ ਕਿੰਨੇ ਤੋਂ ਹੋ ਗਿਆ, 1 ਤੋਂ 3 ਸਾਲ ਤੱਕ। ਠੀਕ ਹੈ ਜੀ। ਹਾਂਜੀ, ਜਿਹੜਾ ਇਹਦਾ ਪਹਿਲਾ ਪੁਆਇੰਟ ਆਪਣਾ ਮੇਨ ਕੀ ਬਣਦਾ ਕਿ ਇਹਨੂੰ ਡਾਕਟਰ ਹਰਲੋਕ ਨੇ ਕੀ ਕਿਹਾ ਹੋਇਆ, ਖਤਰਨਾਕ ਕਾਲ ਕਿਹਾ ਹੋਇਆ। ਦੂਜਾ ਪੁਆਇੰਟ ਆਪਣਾ ਬਣਦਾ ਕਿ ਇਹਨੂੰ ਕੀ ਕਿਹਾ ਹੋਇਆ, ਅਪੀਲੀ ਕਾਲ ਕਿਹਾ ਹੋਇਆ। ਸ਼ਿਸ਼ੂ ਕਾਲ ਜੀਵਨ ਸ਼ੈਲੀ ਲਈ ਤਿਆਰ ਕਰਦਾ ਹੈ, ਮਤਲਬ ਕਿ ਜਿਹੜਾ ਸ਼ਿਸ਼ੂ ਕਾਲ ਆ ਉਹ ਬੱਚੇ ਦੇ ਸਮੁੱਚੇ ਪ੍ਰੋਗਰਾਮ ਦੀ ਨੀਂਹ ਰੱਖਦਾ ਹੈ। ਇਸ ਲਈ ਕਿਹਾ ਗਿਆ ਕਿ ਸ਼ਿਸ਼ੂ ਕਾਲ ਬੱਚੇ ਦੇ ਜੀਵਨ ਵਿੱਚ ਮਹਾਨ ਸਥਾਨ ਰੱਖਦਾ ਹੈ। ਠੀਕ ਹੈ ਜੀ। ਇਹਦੇ ਵਿੱਚ ਸ਼ਿਸ਼ੂ ਕਾਲ ਦਾ ਨਾਲ ਦੀ ਨਾਲ ਆਪਾਂ ਜਿਹੜਾ ਸਰੀਰਕ ਵਿਕਾਸ ਕਿਵੇਂ ਕਿਵੇਂ ਹੁੰਦਾ ਉਹਨੂੰ ਵੀ ਆਪਾਂ ਇਸੇ ਹੀ ਨੋਟਸ ਦੇ ਵਿੱਚ ਹੀ ਆਪਾਂ ਉਹਨੂੰ ਕੀ ਕਰ ਲਾਂਗੇ, ਪੜ੍ਹ ਲਾਂਗੇ। ਹਾਂਜੀ, ਜਿਹੜਾ ਸਰੀਰਕ ਵਿਕਾਸ ਕਿਵੇਂ ਹੁੰਦਾ ਜਿਹੜਾ ਆਪਣਾ ਸ਼ਿਸ਼ੂ ਕਾਲ ਦੇ ਵਿੱਚ। ਸ਼ਿਸ਼ੂ ਕਾਲ ਦੇ ਵਿੱਚ ਜਦੋਂ 1 ਸਾਲ ਦਾ ਬੱਚਾ ਹੁੰਦਾ, ਇਹਨਾਂ ਪੁਆਇੰਟਾਂ ਨੂੰ ਆਪਾਂ ਆਪਣੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਔਰ ਇਹਨੂੰ ਆਪਾਂ ਜਿਵੇਂ ਮਰਜ਼ੀ ਕੁਐਸਚਨ ਦੇ ਵਿੱਚ ਐਕਸਪਲੇਨ ਕਰ ਸਕਦੇ ਹਾਂ। ਜੇਕਰ ਉਹਨੇ ਸਿੱਧਾ ਪੜਾਅ ਪੁੱਛੇ ਹੋਏ ਆ ਇਕੱਲੇ ਤਾਂ ਆਪਾਂ ਸਿਰਫ ਉੱਪਰਲਾ ਲਿਖਾਂਗੇ, ਔਰ ਜੇਕਰ ਉਹਨਾਂ ਸਰੀਰਕ ਵਿਕਾਸ ਪੁੱਛੇ ਹੋਏ ਆ, ਪੜਾਅ ਦਰ ਪੜਾਅ ਸਰੀਰਕ ਵਿਕਾਸ ਪੁੱਛੇ ਹੋਏ, ਤੇ ਫਿਰ ਆਪਾਂ ਆ ਸਰੀਰਕ ਵਿਕਾਸ ਵਾਲਾ ਜਿਹੜਾ ਉਹਨੂੰ ਆਪਾਂ ਲਿਖਾਂਗੇ। ਠੀਕ ਹੈ ਜੀ। ਹਾਂਜੀ, ਜਿਹੜਾ ਸਰੀਰਕ ਵਿਕਾਸ ਕਿਵੇਂ ਹੁੰਦਾ, 1 ਤੋਂ 3 ਸਾਲ। ਹਾਂਜੀ, ਜਦੋਂ ਮਤਲਬ ਕਿ ਬੱਚਾ ਜਨਮ ਲੈਂਦਾ ਉਹਦੀ ਸਰੀਰ ਦੇ ਵਿੱਚ, ਸ਼ਕਲ ਵਿੱਚ, ਭਾਰ ਵਿੱਚ, ਉਹਦੇ ਕੱਦ ਦੇ ਵਿੱਚ ਜਿੰਨੀਆਂ ਵੀ ਤਬਦੀਲੀਆਂ ਆਉਂਦੀਆਂ ਨੇ ਉਹ ਕਿਹੜਾ ਹੁੰਦਾ, ਸਰੀਰਕ ਵਿਕਾਸ, ਉਹਦਾ ਸਰੀਰ ਦਾ ਵਿਕਾਸ ਹੋ ਰਿਹਾ ਹੁੰਦਾ। ਠੀਕ ਹੈ ਜੀ। ਇਸੇ ਤਰੀਕੇ ਨਾਲ ਵਿਕਾਸ ਬਹੁਤ ਤਰ੍ਹਾਂ ਦੇ ਹੁੰਦੇ ਆ। ਸਰੀਰਕ ਵਿਕਾਸ ਹੋ ਗਿਆ, ਮਾਨਸਿਕ ਵਿਕਾਸ ਹੋ ਗਿਆ, ਭਾਵਾਤਮਕ ਵਿਕਾਸ ਆ ਗਿਆ, ਗਤੀਆਤਮਕ ਵਿਕਾਸ ਹੋ ਗਿਆ, ਸਮਾਜਿਕ ਵਿਕਾਸ ਹੋ ਗਿਆ। ਜਿੰਨੇ ਵੀ ਤਰ੍ਹਾਂ ਦੇ ਵਿਕਾਸ ਆ ਉਹ ਆਪਾਂ ਕੀ ਆ ਪੜਾਂਗੇ। ਹਾਂਜੀ, ਜਿਹੜਾ ਵਾਧਾ ਹੁੰਦਾ ਆਪਣਾ ਇਹ ਸਰੀਰਕ ਤੌਰ ਤੇ ਹੁੰਦਾ, ਜਿਵੇਂ ਆਪਣਾ ਭਾਰ ਦਾ ਵਧਣਾ, ਕੱਦ ਦਾ ਵਧਣਾ। ਪਰ ਜਿਹੜਾ ਵਿਕਾਸ ਹੁੰਦਾ ਉਹ ਆਪਣਾ ਸਾਰੀ ਹੀ ਸਮੁੱਚੀ ਡਿਵੈਲਪਮੈਂਟ ਹੁੰਦੀ ਆ ਆਪਣਾ ਇਹਦੇ ਵਿੱਚ ਆਪਣਾ ਮਾਨਸਿਕ ਪੱਧਰ ਵੀ ਹੁੰਦਾ, ਆਪਣਾ ਸਰੀਰਕ ਪੱਧਰ ਵੀ ਹੁੰਦਾ, ਤੇ ਆਪਣੇ ਜਿਹੜੇ ਭਾਵਾਤਮਕ ਵਿਚਾਰ, ਮਤਲਬ ਕਿ ਜਿੰਨੇ ਵੀ ਤਰ੍ਹਾਂ ਦੀ ਹੁੰਦੀ ਆ ਨਾ ਆਪਣੇ ਸਰੀਰ ਦੀ ਗਰੋਥ ਹੁੰਦੀ ਆ, ਚਾਹੇ ਉਹ ਮੈਂਟਲ ਲੈਵਲ 'ਤੇ ਹੋਵੇ ਚਾਹੇ ਉਹ ਸਰੀਰਕ ਲੈਵਲ 'ਤੇ ਹੋਵੇ, ਉਹ ਆਪਣੀ ਸਾਰੀ ਵਿਕਾਸ ਦੇ ਵਿੱਚ ਆ ਜਾਂਦੀ ਹੈ। ਹਾਂਜੀ, ਚਲੋ ਜੀ ਸ਼ੁਰੂ ਕਰਦੇ ਹਾਂ ਇਹਦੀਆਂ ਸਟੇਜਸ। ਹਾਂਜੀ, ਜਿਹੜੀਆਂ ਵਾਧੇ ਦੇ ਵਿਕਾਸ ਦੀਆਂ ਆਪਾਂ ਨੂੰ 4 ਜਿਹੜੇ ਇਹਦੇ ਪੜਾਅ ਦਿੱਤੇ ਗਏ ਆ। ਪਹਿਲਾ ਜਿਹੜਾ ਆਪਣਾ ਪੜਾਅ ਸ਼ਿਸ਼ੂ ਅਵਸਥਾ। ਹਾਂਜੀ, ਜਿਹੜੀ ਆਪਣੀ ਪਹਿਲੀ ਅਵਸਥਾ ਹੈ ਉਹ ਸ਼ਿਸ਼ੂ ਅਵਸਥਾ ਕਿੰਨੇ ਤੋਂ ਹੁੰਦੀ ਆ, 1 ਤੋਂ 3 ਸਾਲ ਤੱਕ। ਹਾਂਜੀ, ਜਿਹੜੇ ਔਰ ਸ਼ਿਸ਼ੂ ਅਵਸਥਾ ਦੇ ਵਿੱਚ ਜਿਹੜੇ ਆਪਣੇ ਕੋਲੇ ਜ਼ਰੂਰੀ ਪੁਆਇੰਟ ਆਉਂਦੇ ਆ ਉਹੀ ਆਪਾਂ ਸਿਰਫ ਯਾਦ ਰੱਖਾਂਗੇ ਉਹਨਾਂ ਨੂੰ, ਔਰ ਜਦੋਂ ਵੀ ਆਪਾਂ ਪੇਪਰ ਦੇਣਾ ਤੇ ਉਹਨਾਂ ਪੁਆਇੰਟਾਂ ਨੂੰ ਆਪਾਂ ਕੀ ਕਰਨਾ, ਬਾਅਦ ਵਿੱਚ ਐਕਸਪਲੇਨ ਕਰ ਦੇਣਾ। ਠੀਕ ਹੈ ਜੀ।
ਹਾਂਜੀ ਇਹਦੇ ਵਿੱਚ ਆਪਣੀ ਉਮਰ ਕਿੰਨੀ ਹੁੰਦੀ ਹੈ ਜੀ? ਇਹਦੇ ਵਿੱਚ 1 ਤੋਂ 3 ਸਾਲ। ਹਾਂਜੀ ਜਿਹੜੇ ਇਹਦੇ ਮੇਨ ਪੁਆਇੰਟ ਆਉਂਦੇ ਆ, ਡਾਕਟਰ ਹਰਲੋਕ ਨੇ ਸ਼ਿਸ਼ੂ ਅਵਸਥਾ ਬਾਰੇ ਕੀ ਕਿਹਾ? ਇਹਨੂੰ ਕਿਹਾ ਜੀ ਖਤਰਨਾਕ ਕਾਲ, ਇਹਨੂੰ ਡੇਂਜਰਸ ਏਜ ਦਾ ਖਤਰਨਾਕ ਇੱਕ ਕਾਲ ਕਿਹਾ ਹੋਇਆ। ਤੇ ਇੱਕ ਦੂਜਾ ਉਹਨੇ ਪੁਆਇੰਟ ਕੀ ਕਿਹਾ ਹੋਇਆ ਸੀ? ਇਹਨੂੰ ਅਪੀਲੀ ਕਾਲ ਕਿਹਾ ਹੋਇਆ ਸੀ। ਸ਼ਿਸ਼ੂ ਕਾਲ ਜੀਵਨ ਸ਼ੈਲੀ ਲਈ ਤਿਆਰ ਕਰਦਾ, ਮਤਲਬ ਕਿ ਇਹ ਸਾਨੂੰ ਜਿਹੜੀਆਂ ਵੀ ਗਾਂ ਆਪਣਾ ਜੀਵਨ ਆਪਾਂ ਬਤੀਤ ਕਰਨਾ ਉਹਦੇ ਵਾਸਤੇ ਆਪਾਂ ਨੂੰ ਕੀ ਕਰਤਾ? ਤਿਆਰ ਕਰਤਾ। ਇਸ ਕਰਕੇ ਕਿਹਾ ਜਾਂਦਾ ਹੈ ਕਿ ਸ਼ਿਸ਼ੂ ਕਾਲ ਬੱਚੇ ਦੇ ਜੀਵਨ ਵਿੱਚ ਮਹਾਨ ਸਥਾਨ ਰੱਖਦਾ ਹੈ। ਹਾਂਜੀ ਜਿਹੜੀ ਆਪਣੀ ਦੂਜੀ ਅਵਸਥਾ ਆਉਂਦੀ ਹੈ ਜੀ, ਉਹ ਹੈਗੀ ਆਪਣੀ ਬਾਲ ਅਵਸਥਾ। ਜਿਹੜੀ ਬਾਲ ਅਵਸਥਾ ਆਪਣੀ ਉਹ 3 ਤੋਂ 12 ਸਾਲ ਦੀ ਹੁੰਦੀ ਹੈ, ਔਰ ਇਹਨੂੰ ਵੀ ਅੱਗੋਂ ਆਪਾਂ ਕੀ 2 ਭਾਗਾਂ ਦੇ ਵਿੱਚ ਵੰਡਦੇ ਹਾਂ। ਠੀਕ ਹੈ ਜੀ, 2 ਭਾਗਾਂ ਦੇ ਵਿੱਚ ਇਹਨੂੰ ਵੰਡਿਆ ਜਾਂਦਾ ਹੈ, ਜਿਹੜੀ ਮੁੱਢਲੀ ਬਾਲ ਅਵਸਥਾ ਔਰ ਪਿਛਲੀ ਬਾਲ ਅਵਸਥਾ। ਹਾਂਜੀ ਜਿਹੜਾ ਹੁਣ ਸ਼ਿਸ਼ੂ ਕਾਲ ਦੇ ਵਿੱਚ ਆਪਣਾ ਸਰੀਰ ਦਾ ਕੀ ਵਿਕਾਸ ਹੁੰਦਾ ਹੈ ਉਸ ਬਾਰੇ ਆਪਾਂ ਗੱਲ ਕਰਦੇ ਹਾਂ। ਸ਼ਿਸ਼ੂ ਕਾਲ ਦੇ ਵਿੱਚ ਆਪਣਾ ਜਿਹੜਾ ਸਰੀਰ ਦਾ ਵਿਕਾਸ ਹੁੰਦਾ, ਪਹਿਲੇ ਸਾਲ 'ਚ ਕੀ ਹੁੰਦਾ? ਆਪਾਂ ਆਪਣੇ ਕੀ ਪੁਆਇੰਟ ਆਉਂਦੇ ਪਹਿਲੇ ਸਾਲ ਦੇ ਵਿੱਚ? ਉਹ ਕੀ ਹੁੰਦਾ? ਬੱਚੇ ਦਾ ਸ਼ਿਸ਼ੂ ਕਾਲ ਦੇ ਵਿੱਚ ਕੀ ਪਹਿਲੇ ਸਾਲ ਵਿੱਚ ਬੱਚੇ ਦਾ ਭਾਰ ਤੇਜ਼ੀ ਨਾਲ ਵੱਧਦਾ ਹੈ। ਸਭ ਤੋਂ ਜ਼ਿਆਦਾ ਵਿਕਾਸ ਜੇਕਰ ਆਪਾਂ ਵੇਖੀਏ ਤਾਂ ਉਹ ਸ਼ਿਸ਼ੂ ਕਾਲ ਦੇ ਵਿੱਚ ਹੁੰਦਾ ਹੈ, ਬਹੁਤ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਕੀ ਰੈਪਿਡਲੀ ਪ੍ਰੋਸੈਸ ਇਹਨੂੰ ਆਪਾਂ ਬੋਲਦੇ ਹਾਂ। ਮਤਲਬ ਕਿ ਜੇਕਰ ਕੁਐਸਚਨ ਆਵੇ ਨਾ ਕਿ ਸਭ ਤੋਂ ਵਿਕਾਸ ਤੇਜ਼ੀ ਨਾਲ ਕਿਸ ਅਵਸਥਾ ਵਿੱਚ ਹੁੰਦਾ, ਤੇ ਉਹ ਆਪਣਾ ਕਿਹੜਾ ਸ਼ਿਸ਼ੂ ਅਵਸਥਾ ਦੇ ਵਿੱਚ ਹੀ ਹੁੰਦਾ। ਦਾ ਕੀ ਹੈ? ਭਾਰ ਤੇਜ਼ੀ ਨਾਲ ਵੱਧਦਾ ਤੇ ਲਗਭਗ ਦੁੱਗਣਾ ਹੋ ਜਾਂਦਾ ਹੈ। ਕੱਦ ਕਿੰਨਾ ਹੁੰਦਾ? ਲਗਭਗ 9 ਇੰਚ ਹੁੰਦਾ। ਹਾਂਜੀ 2 ਸਾਲ ਦੇ ਵਿੱਚ ਭਾਰ ਕਿੰਨਾ ਹੁੰਦਾ? 4 ਗੁਣਾ ਹੋ ਜਾਂਦਾ ਤੇ ਕੱਦ 14 ਇੰਚ ਦੇ ਕਰੀਬ ਹੋ ਜਾਂਦਾ। ਜੇਕਰ ਔਸਤ ਦੀ ਗੱਲ ਕਰੀਏ, ਨਵ ਜੰਮੇ ਬੱਚੇ ਦੀ ਔਸਤਨ ਲੰਬਾਈ 19 ਇੰਚ ਤੋਂ 19 ਇੰਚ ਦੇ ਕਰੀਬ ਹੁੰਦੀ ਹੈ। ਇਹਨਾਂ ਆਪਾਂ ਪੁਆਇੰਟਾਂ ਨੂੰ ਯਾਦ ਕਰ ਲੈਣਾ, ਔਰ ਇਹਨਾਂ ਨੂੰ ਆਪਾਂ ਜਿੰਨਾ ਮਰਜ਼ੀ ਐਕਸਪਲੇਨ ਅੱਗੋਂ ਕਰ ਸਕਦੇ ਹਾਂ। ਇਹ ਕਿਸੇ ਵੀ ਇੰਨਾ ਕੁ ਜ਼ਿਆਦਾ ਕੁਐਸਚਨ ਆਣਾ ਕਿ ਆਪਾਂ ਕਿਸੇ ਵੀ ਕੁਐਸਚਨ ਦੇ ਵਿੱਚ ਇਹਨਾਂ ਪੁਆਇੰਟਾਂ ਨੂੰ ਆਪਾਂ ਵਾਰ-ਵਾਰ ਲਿਖ ਸਕਦੇ ਹਾਂ। ਇਹ ਵਾਰ-ਵਾਰ ਇੱਕ ਵਾਰ ਇਹਨਾਂ ਨੂੰ ਯਾਦ ਕਰ ਲਓ, ਇਹ ਵਾਰ-ਵਾਰ ਕੰਮ ਆਉਣਗੇ। ਹਾਂਜੀ 4 ਸਾਲ ਦੀ ਉਮਰ ਦੇ ਵਿੱਚ ਕੀ ਹੁੰਦਾ? ਔਸਤਨ ਲੰਬਾਈ ਲਗਭਗ 28 ਇੰਚ ਦੇ ਕਰੀਬ ਹੋ ਜਾਂਦੀ ਆ, ਔਰ 2 ਸਾਲ ਲੰਬਾਈ 34 ਇੰਚ ਤੇ ਭਾਰ ਆਪਣਾ 28 ਪਾਉਂਡ ਦੇ ਲਗਭਗ ਹੁੰਦਾ। ਹਾਂਜੀ ਚਲੋ ਜੀ ਅੱਗੋਂ ਚੱਲਦੇ ਹਾਂ ਆਪਾਂ। ਹੁਣ ਆਪਣੀ ਜਿਹੜਾ ਆਪਾਂ ਬਾਲ ਅਵਸਥਾ ਪੜ੍ਹੀ ਸੀ, ਹਾਂਜੀ ਸ਼ਿਸ਼ੂ ਅਵਸਥਾ ਦੇ ਥੋੜ੍ਹੇ ਜਿਹੇ ਆਪਾਂ ਹੋਰ ਪੁਆਇੰਟ ਦੇਖ ਲੈਂਦੇ ਹਾਂ। ਹਾਂਜੀ ਇੱਕ ਮੇਨ ਪੁਆਇੰਟ ਇਹਦੇ ਵਿੱਚ ਨਿਕਲ ਕੇ ਕੀ ਆਉਂਦਾ ਕਿ ਜਨਮ ਸਮੇਂ ਬੱਚੇ ਦਾ ਸਿਰ ਵੱਡਾ ਹੁੰਦਾ ਹੈ, ਤੇ ਜਿਹੜਾ ਉਹਦਾ ਬਾਕੀ ਸਰੀਰ ਹੁੰਦਾ ਉਹ ਥੋੜ੍ਹਾ ਜਿਹਾ ਸਿਰ ਦੇ ਮੁਕਾਬਲੇ ਪਤਲਾ ਹੁੰਦਾ। 2 ਸਾਲ ਦੀ ਉਮਰ ਵਿੱਚ ਲੱਤਾਂ ਅਤੇ ਬਾਹਾਂ ਲੰਮੀਆਂ ਹੋ ਜਾਂਦੀਆਂ ਹਨ। 2 ਸਾਲ ਦੀ ਜਦੋਂ ਉਮਰ ਹੁੰਦੀ ਆ, ਬੱਚੇ ਦੀਆਂ ਬਾਹਾਂ ਅਤੇ ਲੱਤਾਂ ਲੰਮੀਆਂ ਹੋ ਜਾਂਦੀਆਂ ਹਨ ਤੇ ਸਿਰ ਜਿਹੜਾ ਛੋਟਾ ਹੋਣ ਲੱਗ ਜਾਂਦਾ। ਮਤਲਬ ਕਿ 2 ਸਾਲ ਦੇ ਵਿੱਚ ਬੱਚੇ ਦਾ ਸਿਰ ਆ ਜਿਹੜਾ ਉਹ ਮਤਲਬ ਕਿ ਆਪਾਂ ਉਹਨੂੰ ਛੋਟਾ ਪ੍ਰਤੀਤ ਹੋਣ ਲੱਗ ਜਾਂਦਾ, ਕਿਉਂਕਿ ਉਹਦੇ ਜਿਹੜਾ ਬਾਕੀ ਜਿਹੜੀ ਬੋਡੀ ਦਾ ਵਿਕਾਸ ਆ ਉਹ ਹੋਣਾ ਸ਼ੁਰੂ ਹੋ ਜਾਂਦਾ। ਹਾਂਜੀ ਹੋਰ ਜੇਕਰ ਇਹਦੇ ਦੰਦਾਂ ਦੀ ਗੱਲ ਕਰ ਲਈਏ ਤਾਂ 6 ਮਹੀਨੇ ਵਿੱਚ ਇੱਕ ਦੰਦ, ਮਤਲਬ ਕਿ ਇਹ ਅਪਰੋਕਸੀਮੇਟ ਆ, ਇਹਦੇ ਆਪਾਂ 21st ਸੈਂਚੁਰੀ ਦੀ ਬੁੱਕ ਦੇ ਅਕੋਰਡਿੰਗ ਇਹ ਉਹਦੇ 'ਚ ਲਿਖਿਆ ਹੋਇਆ 1 ਸਾਲ ਦੇ ਵਿੱਚ ਕਿੰਨੇ 4 ਦੰਦ ਔਰ 3 ਸਾਲ ਵਿੱਚ 16 ਦੰਦ। ਹਾਂਜੀ ਅੱਗੋਂ ਜਿਹੜੇ ਆਪਾਂ ਬਾਲ ਅਵਸਥਾ ਦੀ ਗੱਲ ਕਰ ਰਹੇ ਸੀ, ਬਾਲ ਅਵਸਥਾ ਦੇ ਅਗਲੇ ਆਪਾਂ ਪੁਆਇੰਟਾਂ ਵੱਲ ਵੱਧਦੇ। ਹਾਂਜੀ ਜਿਹੜੀ ਬਾਲ ਅਵਸਥਾ ਉਹਨੂੰ ਆਪਾਂ 2 ਪੁਆਇੰਟ ਜਿਹੜੇ 2 ਸਟੇਜਸ ਦੇ ਵਿੱਚ ਵਰਤਿਆ ਹੋਇਆ। ਪਹਿਲਾਂ ਕਿਹੜੀ ਆ? ਮੁੱਢਲੀ ਬਾਲ ਅਵਸਥਾ ਅਰਲੀ ਚਾਈਲਡਹੁੱਡ, ਔਰ ਫਿਰ ਹੈਗੀ ਆ ਪਿਛਲੀ ਬਾਲ ਅਵਸਥਾ ਲੇਟਰ ਚਾਈਲਡਹੁੱਡ। ਮੁੱਢਲੀ ਬਾਲ ਅਵਸਥਾ ਦੇ ਵਿੱਚ ਕੀ ਇਹਦੇ ਪੁਆਇੰਟ ਆਪਾਂ ਯਾਦ ਰੱਖਣੇ ਆ? ਮੁੱਢਲਾ ਬਾਲਕਪਨ ਜਾਂ ਪੂਰਵ ਸਕੂਲ ਅਵਸਥਾ ਜਿਹਨੂੰ ਆਪਾਂ ਕਹਿ ਸਕਦੇ ਹਾਂ। ਹਾਂਜੀ ਜਿਹਦੇ ਵਿੱਚ ਮੇਨ ਪੁਆਇੰਟ ਆ ਜਿਹੜਾ ਇਹਦਾ, ਗੈਸਲ ਨੇ ਸਭ ਤੋਂ ਪਹਿਲਾਂ ਸਕੂਲ ਸ਼ਬਦ ਦੀ ਵਰਤੋਂ ਕੀਤੀ ਸੀ। ਗੈਸਲ ਨੇ ਹਾਂਜੀ ਜਿਹੜੀ ਮੁੱਢਲੀ ਬਾਲ ਅਵਸਥਾ ਦੇ ਵਿੱਚ ਸਰੀਰਕ ਵਿਕਾਸ ਇਹਨਾਂ ਦਾ ਕਿਵੇਂ ਹੁੰਦਾ? ਇਹ ਉਮਰ ਜਿੰਨੀ ਹੈਗੀ ਆ 3 ਤੋਂ 6 ਸਾਲ ਦੀ ਉਮਰ। ਠੀਕ ਹੈ ਜੀ। ਭਾਰ ਵਿੱਚ ਲਗਭਗ 14 ਪਾਉਂਡ
ਦਾ ਕੱਦ ਵਿੱਚ 7 ਤੋਂ 8 ਇੰਚ ਦਾ ਵਾਧਾ ਹੁੰਦਾ। ਠੀਕ ਹੈ ਜੀ। ਵਾਧੇ ਦੀ ਜਿਹੜੀ ਰਫ਼ਤਾਰ ਆ ਥੋੜੀ ਜਿਹੀ ਘੱਟ ਹੋ ਜਾਂਦੀ ਆ ਮੁਕਾਬਲੇ ਕਹਿੰਦੇ ਸ਼ਿਸ਼ੂ ਅਵਸਥਾ ਦੇ। 5 ਸਾਲ ਦੇ ਵਿੱਚ ਕੀ ਹੁੰਦਾ ਜੀ, ਭਾਰ 4 ਤੋਂ 6 ਗੁਣਾ ਹੋ ਜਾਂਦਾ, ਕੱਦ ਦੁੱਗਣੇ ਤੋਂ ਜ਼ਿਆਦਾ ਹੋ ਜਾਂਦਾ, ਲੱਤਾਂ ਦੀ ਲੰਬਾਈ ਬਾਕੀ ਜਿਸਮ ਨਾਲੋਂ ਤੇਜ਼ ਹੁੰਦੀ ਹੈ। ਇਹ ਸਿਰਫ ਆਪਾਂ ਪੁਆਇੰਟ ਸ਼ਾਰਟ ਦੇ ਵਿੱਚ ਪੁਆਇੰਟ ਲਿਖੇ ਹੋਏ ਆ, ਸਿਰਫ ਆਪਾਂ ਐਕਸਪਲੇਨ ਉਹਨਾਂ ਨੂੰ ਗਾਂ ਅੱਗੇ ਨੂੰ ਵਧੀਆ ਤਰੀਕੇ ਨਾਲ ਕਰ ਸਕਦੇ। ਹਾਂਜੀ, 5 ਸਾਲ ਵਿੱਚ ਬੱਚੇ ਦਾ ਔਸਤਨ ਭਾਰ ਕਿੰਨਾ ਹੁੰਦਾ? 43 ਪਾਉਂਡ ਦੇ ਕਰੀਬ ਹੋ ਜਾਂਦਾ ਹੈ। ਹਾਂਜੀ, ਜੇਕਰ ਹੁਣ ਆਪਾਂ ਮੇਨ ਪੁਆਇੰਟ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਜਿਹੜੀਆਂ ਆਪਣੀਆਂ ਗਿਆਨ ਇੰਦਰੀਆਂ ਉਹਨਾਂ ਦੀ ਸੁਣਨ ਯੋਗਤਾ ਦੇ ਵਿੱਚ ਵਾਧਾ ਹੋ ਜਾਂਦਾ। ਸੁਣਨ, ਸੁੰਘਣ, ਛੂਹਣ, ਸਵਾਦ ਲੈਣ, ਰੌਸ਼ਨੀ, ਜਿੰਨੀਆਂ ਤਰ੍ਹਾਂ ਦੀ ਵੀ ਯੋਗਤਾਵਾਂ ਹੈਗੀਆਂ ਜਿਹੜੀਆਂ ਆਪਣੀਆਂ, ਉਹਦੇ ਵਿੱਚ ਗਿਆਨ ਇੰਦਰੀਆਂ ਉਹਨਾਂ ਵਿੱਚ ਕੀ ਹੋ ਜਾਂਦਾ? ਵਾਧਾ ਹੋ ਜਾਂਦਾ। ਹਾਂਜੀ, ਅੱਗੋਂ ਕਰਦੇ ਹਾਂ ਆਪਾਂ ਜੀ ਮੁੱਢਲੀ ਬਾਲ ਅਵਸਥਾ। ਮੁੱਢਲੀ ਬਾਲ ਅਵਸਥਾ ਜਿਹੜੀ ਆਪਣੀ 9 ਤੋਂ 12 ਸਾਲ। ਹਾਂਜੀ, ਇਹਨੂੰ ਹੋਰ ਆਪਾਂ ਕੀ ਕਹਿੰਦੇ? ਇਸ ਅਵਸਥਾ ਵਿੱਚ ਸਰੀਰਕ, ਮਾਨਸਿਕ, ਭਾਵਾਤਮਕ ਅਤੇ ਸਮਾਜਿਕ ਪਰਿਵਰਤਨ ਬਹੁਤ ਹੁੰਦੇ ਹਨ। ਹਾਂਜੀ, ਇਹਦੇ ਵਿੱਚ ਜਿਹੜੀ ਇਹ ਅਵਸਥਾ ਹੈਗੀ ਆ ਮੁੱਢਲੀ ਬਾਲ ਅਵਸਥਾ, ਉਹਦੇ ਵਿੱਚ ਕਿਹੜੇ ਕਿਹੜੇ ਪਰਿਵਰਤਨ ਹੁੰਦੇ ਆ? ਆਪਣੇ ਸਰੀਰਕ ਪਰਿਵਰਤਨ, ਮਾਨਸਿਕ ਪਰਿਵਰਤਨ, ਭਾਵਾਤਮਕ, ਸਮਾਜਿਕ, ਸੰਵੇਗਾਤਮਕ, ਹੋਰ ਵੀ ਜਿੰਨੇ ਤਰ੍ਹਾਂ ਦੇ ਹੈਗੇ ਆ ਆਪਣੇ ਸਾਰੇ ਪਰਿਵਰਤਨ ਹੁੰਦੇ ਆ। ਹਾਂਜੀ, ਵਿਕਾਸ ਦੀ ਗਤੀ ਕੁਝ ਮੱਠੀ ਅਤੇ ਇਕਰੂਪ, ਮਤਲਬ ਕਿ ਜਿਹੜਾ ਵਿਕਾਸ ਆ ਉਹਦੀ ਗਤੀ ਮੱਠੀ ਹੋ ਜਾਂਦੀ ਤੇ ਇਕਸਾਰ ਹੋ ਜਾਂਦੀ ਹੈ ਗਤੀ। ਕੱਦ ਤੇ ਭਾਰ ਇਕਸਾਰ ਵੱਧਦੇ ਹਨ, ਮਤਲਬ ਕਿ ਕੱਦ ਤੇ ਭਾਰ ਜਿਹੜਾ ਵਧਣਾ ਇਕਸਾਰ ਹੋ ਜਾਂਦਾ ਹੈ। 6 ਤੋਂ 8 ਸਾਲ ਤੱਕ ਵਾਧਾ ਤੇਜ਼ੀ ਨਾਲ ਲਗਾਤਾਰ ਅਤੇ ਇਕਸਾਰ ਹੁੰਦਾ ਹੈ ਅਤੇ ਅਗਲੇ 2 ਸਾਲ ਤੱਕ ਮੱਧਮ। 10 ਸਾਲ ਦੀ, ਹਾਂਜੀ, ਜਦੋਂ 10 ਸਾਲ ਦੀ ਏਜ ਆਉਂਦੀ ਤੇ ਉਦੋਂ ਆਪਣੇ ਵਿੱਚ ਕੀ ਕੀ ਹੁੰਦਾ? ਮੁੰਡੇ ਤੇ ਕੁੜੀਆਂ ਦਾ ਔਸਤਨ ਕੱਦ 44 ਇੰਚ ਅਤੇ ਭਾਰ 70 ਪਾਉਂਡ ਦੇ ਲਗਭਗ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਕੁੜੀਆਂ ਵਧੇਰੇ ਤੇਜ਼ੀ ਨਾਲ ਵਧਦੀਆਂ ਹਨ। ਹਾਂਜੀ, ਜਿਹੜਾ ਕਿ ਇਸ ਅਵਸਥਾ ਹੁੰਦੀ ਹੈ, ਇਸ ਵਿੱਚ ਕੁੜੀਆਂ ਜਿਹੜੀਆਂ ਕਿ ਵਧੇਰੇ ਤੇਜ਼ੀ ਨਾਲ ਵਧਦੀਆਂ ਹਨ। ਇਸ ਸਮੇਂ ਬੱਚੇ ਇਸ ਵਿੱਚ ਪਤਲਾਪਨ ਆ ਜਾਂਦਾ ਹੈ। ਪੂਰਵ ਕਿਸ਼ੋਰ ਅਵਸਥਾ ਵਿੱਚ ਕੁੜੀਆਂ 2 ਤੋਂ 3 ਸਾਲ ਪਹਿਲਾਂ ਮੁੰਡਿਆਂ ਨਾਲੋਂ ਪਰਿਪੱਕਤਾ ਤੇ ਪਹੁੰਚ ਜਾਂਦੀਆਂ ਹਨ, ਮਤਲਬ ਕਿ ਉਹਨਾਂ ਦਾ ਜਿਹੜਾ ਮੈਂਟਲ ਲੈਵਲ ਹੁੰਦਾ ਉਹ ਮੁੰਡਿਆਂ ਨਾਲੋਂ 2-3 ਸਾਲ ਪਹਿਲਾਂ ਤੇਜ਼ੀ ਨਾਲ ਹੋ ਜਾਂਦਾ ਹੈ। ਉਹਨਾਂ ਦੀ ਮੈਂਟਲ ਜਿਹੜੀ ਆ ਵਿਕਾਸ ਉਹ ਮੁੰਡਿਆਂ ਨਾਲੋਂ ਜਲਦੀ ਹੁੰਦਾ। ਹਾਂਜੀ, ਅਗਲੀ ਜਿਹੜੀ ਆਪਣੀ ਤੀਜੀ ਅਵਸਥਾ ਆਉਂਦੀ ਹੈ ਜੀ, ਉਹ ਹੁੰਦੀ ਆ ਕਿਸ਼ੋਰ ਅਵਸਥਾ। ਕਿਸ਼ੋਰ ਅਵਸਥਾ ਨੂੰ ਵੀ ਦੋ ਜਿਹੜੇ ਭਾਗਾਂ ਦੇ ਵਿੱਚ ਵੰਡਿਆ ਗਿਆ, ਮੁੱਢਲੀ ਕਿਸ਼ੋਰ ਅਵਸਥਾ ਤੇ ਪਿਛਲੀ ਕਿਸ਼ੋਰ ਅਵਸਥਾ। ਹਾਂਜੀ, ਇਹਨੂੰ ਕੀ ਆ ਕਿ ਜਵਾਨੀ ਦੇ ਸ਼ੁਰੂ ਹੋਣ ਤੋਂ ਲੈ ਕੇ ਪਰਿਪੱਕ ਹੋਣ ਤੱਕ ਦੀ ਉਮਰ, ਇਸ ਨੂੰ 2 ਭਾਗਾਂ ਵਿੱਚ ਵੰਡਿਆ ਗਿਆ ਹੈ, ਮੁੱਢਲੀ ਕਿਸ਼ੋਰ ਅਵਸਥਾ ਤੇ ਪਿਛਲੀ ਕਿਸ਼ੋਰ ਅਵਸਥਾ। ਹਾਂਜੀ, ਜਿਹੜਾ ਇਹ ਸਮਾਂ ਹੁੰਦਾ ਕਿਹਦੇ ਵਿਚਕਾਰ ਦਾ ਹੁੰਦਾ? ਬਚਪਨ ਤੋਂ ਬਾਲਗ ਅਵਸਥਾ ਦੇ ਵਿਚਕਾਰਲਾ ਸਮਾਂ ਹੁੰਦਾ ਹੈ। ਇਹਦੇ ਵਿੱਚ ਸਰੀਰਕ ਦੇ ਵਿਕਾਸ ਕੀ ਕੀ ਹੁੰਦੇ ਆ? ਹਾਂਜੀ, ਇਸ ਵਿੱਚ ਕੀ ਹੁੰਦਾ ਕਿ 12 ਤੋਂ 18 ਸਾਲ ਦੀ ਉਮਰ ਹੈਗੀ ਆ, ਸਰੀਰਕ ਵਾਧਾ ਜਿਹੜਾ ਕਿ ਬਹੁਤ ਤੇਜ਼ੀ ਨਾਲ ਹੁੰਦਾ। ਗਤੀਆਤਮਕ ਕਿਰਿਆਵਾਂ ਵਿੱਚ ਵਾਧਾ ਹੁੰਦਾ, ਮਤਲਬ ਕਿ ਜਿਹੜਾ ਬੱਚਾ ਹੁੰਦਾ ਉਹ ਬਾਹਰ ਜਾ ਕੇ ਜਾਂ ਜਿੱਥੇ ਸਰੀਰ ਦੀਆਂ ਗਤੀਵਿਧੀਆਂ ਜ਼ਿਆਦਾ ਹੁੰਦਾ, ਜਿਵੇਂ ਕਿ ਖੇਡਣਾ ਜਾਂ ਇਹਨਾਂ ਗਤੀਵਿਧੀਆਂ ਵਿੱਚ ਉਹ ਜ਼ਿਆਦਾ ਭਾਗ ਲੈਣੇ ਸ਼ੁਰੂ ਕਰ ਦਿੰਦਾ। ਜਿਹੜੀਆਂ ਨਾੜੀਹੀਣ ਗ੍ਰੰਥੀਆਂ ਹੁੰਦੀਆਂ ਉਹਨਾਂ ਵਿੱਚ ਜਿਹੜੇ ਹਾਰਮੋਨ ਦਾ ਰਿਸਾਵ ਦੇ ਨਾਲ ਸਰੀਰਕ ਕਾਰਜਾਂ ਵਿੱਚ ਤਬਦੀਲੀਆਂ, ਜਿਹੜੀਆਂ ਆਪਣੇ ਜਿਹੜੇ ਹਾਰਮੋਨ ਜਿਹੜੇ ਪੈਦਾ ਹੁੰਦੇ ਆ ਉਹ ਜਲਦੀ ਬਹੁਤ ਤੇਜ਼ੀ ਮਤਲਬ ਕਿ ਹੋ ਜਾਂਦੇ ਆ, ਜ਼ਿਆਦਾ ਹੋ ਜਾਂਦੇ ਆ। ਹਾਰਮੋਨ ਜਿਹੜੇ ਜ਼ਿਆਦਾ ਕਿਸੇ ਵੀ ਤਰ੍ਹਾਂ ਦੇ ਉਹ ਜ਼ਿਆਦਾ ਬਣਨੇ ਸ਼ੁਰੂ ਹੋ ਜਾਂਦੇ। ਹਾਂਜੀ, ਜਿਹੜੀ
ਮੁੱਢਲੀ ਕਿਸ਼ੋਰ ਅਵਸਥਾ ਕੁੜੀਆਂ ਵਿੱਚ ਇਹ ਸਮਾਂ 11 ਸਾਲ ਤੋਂ ਸ਼ੁਰੂ ਹੋ ਜਾਂਦਾ ਹੈ ਤੇ ਇਹ ਉਮਰ ਹਾਇਰ ਸੈਕੰਡਰੀ ਸਕੂਲ ਦੀ ਪੜ੍ਹਾਈ ਦੀ ਉਮਰ ਹੁੰਦੀ ਹੈ। ਹਾਂਜੀ, ਜਿਹੜਾ ਕਿ ਇਹ ਸਮਾਂ ਜਿਹੜਾ ਕੁੜੀਆਂ ਵਿੱਚ ਜ਼ਿਆਦਾ ਜਲਦੀ ਸ਼ੁਰੂ ਹੁੰਦਾ ਹੈ, ਪਰ ਮੁੰਡਿਆਂ ਵਿੱਚ ਥੋੜ੍ਹਾ ਜਿਹਾ ਲੇਟ ਹੁੰਦਾ ਸ਼ੁਰੂ। ਹਾਂਜੀ, ਪਿਛਲੀ ਕਿਸ਼ੋਰ ਅਵਸਥਾ 15 ਤੋਂ 18 ਸਾਲ ਉਮਰ ਹੁੰਦੀ ਹੈ ਜੀ। ਹਾਂਜੀ, ਇਸ ਨੂੰ ਕੀ ਖਤਰਨਾਕ ਕਾਲ ਵੀ ਆਪਾਂ ਕਹਿ ਸਕਦੇ, ਬਹੁਤ ਜ਼ਿਆਦਾ। ਹਾਂਜੀ, ਇਹਨੂੰ ਕੀ ਕਾਲਜ ਦੀ ਪੜ੍ਹਾਈ ਦੀ ਉਮਰ ਕਿਹਾ ਜਾਂਦਾ। 15 ਤੋਂ 18 ਸਾਲ ਦੀ ਉਮਰ ਨੂੰ ਪਿਛਲੀ ਕਿਸ਼ੋਰ ਅਵਸਥਾ ਕਹਿੰਦੇ ਹਨ। ਇਹ ਅਵਸਥਾ ਜੀਵਨ ਵਿੱਚ ਤਰਥੱਲੀ ਲਿਆ ਦੇਣ ਵਾਲੀ ਹੁੰਦੀ ਹੈ। ਦਰਅਸਲ ਕਾਲਜ ਵਿੱਚ ਪੜ੍ਹਾਈ ਦੀ ਇਹੀ ਉਮਰ ਹੈ। ਕਿਸ਼ੋਰ ਅਵਸਥਾ ਕਿਸੇ ਵੀ ਵਿਅਕਤੀ ਦੇ ਜੀਵਨ ਦੇ ਵਿੱਚ ਇੱਕ ਨਾਜ਼ੁਕ ਸਮਾਂ ਹੁੰਦਾ। ਹਾਂਜੀ, ਅੱਗੋਂ ਆਪਣਾ ਲਾਸਟ ਜਿਹੜਾ ਚੌਥੀ ਅਵਸਥਾ ਹੈਗੀ ਆ, ਉਹ ਹੈਗੀ ਆ ਪ੍ਰੌੜ ਅਵਸਥਾ। ਹਾਂਜੀ, ਇਸ ਦੇ ਵਿੱਚ ਇਹ ਅਵਸਥਾ ਜੀਵਨ ਦੇ ਪੜਾਵਾਂ ਵਿੱਚ ਸਭ ਤੋਂ ਜ਼ਿਆਦਾ ਲੰਬੀ ਜਿਹੜੀ ਆ ਹੁੰਦੀ ਹੈ। ਇਹਦੇ ਵਿੱਚ ਜਿਹੜੀ ਸਰਵ ਅੰਗੀ ਪਰਿਪੱਕਤਾ ਆਉਂਦੀ ਹੈ। ਇਹਦੇ ਵਿੱਚ ਮਤਲਬ ਕਿ ਜਿੰਨੇ ਵੀ ਤਰ੍ਹਾਂ ਦੇ ਆਪਣੇ ਵਿਕਾਸ ਹੁੰਦੇ ਆ, ਚਾਹੇ ਉਹ ਸਰੀਰਕ ਵਿਕਾਸ ਹੋਵੇ, ਮਾਨਸਿਕ ਵਿਕਾਸ ਹੋਵੇ, ਭਾਵਾਤਮਕ ਵਿਕਾਸ ਹੋਵੇ, ਸਮਾਜਿਕ ਵਿਕਾਸ ਹੋਵੇ, ਸਰੀਰਕ ਪਰਿਪੱਕਤਾ ਹੋਵੇ, ਗਤੀਆਤਮਕ ਵਿਕਾਸ ਹੋਵੇ, ਚਾਹੇ ਤਾਲਮੇਲ ਹੋਵੇ ਆਪਣੇ ਵਿੱਚ, ਚਾਹੇ ਭਾਵਾਤਮਕ ਵਿਕਾਸ ਹੋਵੇ, ਇਹ ਸਾਰੇ ਹੀ ਆਪਣੇ ਇਸ ਦੇ ਵਿੱਚ ਜਿਹੜੇ ਆ ਉਹ ਵਿਕਾਸ ਆਪਣੇ ਹੋ ਜਾਂਦੇ ਆ। ਸ਼ਿਸ਼ੂ ਅਵਸਥਾ ਤੇ ਬਾਲ ਅਵਸਥਾ ਦੇ ਵਿਕਾਸ ਪੱਖ ਸਰੀਰਕ, ਮਾਨਸਿਕ, ਭਾਵਾਤਮਕ, ਸਮਾਜਿਕ ਆਦਿ ਵਿਸ਼ੇਸ਼ਤਾਵਾਂ ਦਾ ਵਰਣਨ ਮਤਲਬ ਕਿ ਇਹਦੇ ਵਿੱਚ ਜਿੰਨਾ ਵੀ ਆ ਉਹ ਸਾਰਾ ਹੀ ਤੁਸੀਂ ਲਿਖ ਦੇਣਾ। ਸੋ ਧੰਨਵਾਦ। ਅੱਜ ਦਾ ਆਪਾਂ ਸਿਰਫ ਇੰਨਾ ਹੀ ਕਰਦੇ ਹਾਂ। ਕੱਲ ਤੋਂ ਆਪਾਂ ਇੱਕ ਨਵੇਂ ਟੌਪਿਕ ਨਾਲ ਮਿਲਦੇ ਹਾਂ।